हालेलुया। प्रभु दा धन्नवाद ते शुक्र करते हैं मेरे जीसू जिसने एक बार फिर तो अपने लोगों ਨੂੰ एक सुंदर समय ਦਿੱਤਾ कि ਅਸੀਂ एक बार फिर तो प्रभु ਦੀ ਉਪਸਥਿਤੀ ਵਿੱਚ ਕੀ ਆਨੇ ਪਾਈਏ। ਕਿੰਨੇ ਲੋਕ ਅੱਜ ਖੁਸ਼ ਨੇ? हालेलुया 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 हालेलुया। खुदा धन्नवाद करते हैं कि जिस खुदावंद खुदा ने अपने लोगों ਨੂੰ ਇਹ ਸਮੇਂ ਦਿੱਤਾ, ਆਪਣੇ ਲੋਕਾਂ ਨੂੰ ਇਹ ਹਿੰਮਤ ਦਿੱਤਾ, ਬਲ ਦਿੱਤਾ ਕਿ ਅਸੀਂ ਉਸ ਖੁਦਾਵੰਦ ਖੁਦਾ ਦੀ ਆਰਾਧਨਾ ਕਰਨੇ ਪਾਈਏ। जिस तरह प्रभु ने सानू बीते 7 रोज़ियां दौरान संभाल के रखिया ਅਤੇ ਅੱਜ 8ਵੇਂ ਰੋਜ਼ੇ ਦੇ ਪਹਿਲੇ ਸੈਸ਼ਨ ਦੌਰਾਨ ਵੀ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਲੈ ਕੇ ਆਂਦਾ। ਬਹੁਤ ਸਾਰੇ ਲੋਕ ਸੀ ਜਿਹੜੇ ਪਹਿਲੇ ਸੈਸ਼ਨ ਦੇ ਵਿੱਚ ਸੀ, ਹੁਣ ਨਹੀਂ ਨੇ। ਧੰਨਵਾਦ ਕਰਦੇ ਆ ਉਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਸੁਣਿਆ ਅਤੇ ਪਹਿਲੇ ਸੈਸ਼ਨ ਦੇ ਵਿੱਚ ਉਹਨਾਂ ਨੇ ਪਰਮੇਸ਼ਵਰ ਦੇ ਕੋਲੋਂ ਆਸ਼ੀਸ਼ ਨੂੰ ਕੀ ਪਾਇਆ। ਪ੍ਰਭੂ ਦਾ ਧੰਨਵਾਦ ਕਰਦਾ ਮੈਂ ਵੀ ਕਿ ਜਿਸ ਖੁਦਾਵੰਦ ਖੁਦਾ ਨੇ ਮੈਨੂੰ ਇੱਕ ਵਾਰ ਫਿਰ ਤੋਂ खड़िया कीता कि एक बार फिर तो मैं तुहाडे विच परमेश्वर दे वचन नु मंड सकां, क्योंकि बीते कुछ दिनों तो लगभग 5-6 दिनों तो मेरा गला बिल्कुल ठीक नहीं सी। पर मैं प्रभु दा धन्नवाद करदा कि जिसने एक बार फिर तो मेरे गले नु पाक कीता, मसा कीता कि मैं तुहाडे सामने वचन नु लेके आने पावां। प्रभु दे ना सारियां गल्लां दे लई धन्नवाद ते शुक्र करदे आ मेरे जीजो। जिस तरह ਅਸੀਂ प्रभु दे वचन दे विचों बीते दिनां दे विचों सुन रहे सी, इन्हां दिनां दे विच साडी कलीसिया दे विच की चल रहा है? 21 ਦਿਨਾਂ ਦੇ ਕੀ ਰੋਜ਼ੇ ਉਪਵਾਸ ਪ੍ਰਾਰਥਨਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਵਿੱਚ ਕਲੀਸਿਆ ਦੇ ਵਿੱਚ ਕੀ ਚੱਲ ਰਿਹਾ ਹੈ। ਇਹਨਾਂ ਦਿਨਾਂ ਦੇ ਵਿੱਚ ਜਦ ਅਸੀਂ 21 ਦਿਨ ਭੁੱਖ ਤੇ ਨੂੰ ਕੱਟ ਕੇ ਪਿਆਸ ਨੂੰ ਕੱਟ ਕੇ ਜਦ ਅਸੀਂ 21 ਦਿਨ ਪਰਮੇਸ਼ਵਰ ਦੇ ਸਾਹਮਣੇ ਪ੍ਰਾਰਥਨਾ ਨੂੰ ਕਰ ਰਹੇ ਹਾਂ ਤੇ 21 ਦਿਨ ਸਾਡੇ ਲਈ ਸੱਚਮੁੱਚ ਕੁਝ ਮਹੱਤਵ ਲੈ ਕੇ ਆਉਣੇ ਚਾਹੀਦੇ ਨੇ, ਕੁਝ ਮਹੱਤਵਪੂਰਨ ਬਣਨੇ ਚਾਹੀਦੇ ਨੇ। ਇਹ ਕੀ 21 ਦਿਨ ਅਸੀਂ ਭੁੱਖ ਨੂੰ ਕੱਟ ਲਿਆ, ਪਿਆਸ ਨੂੰ ਕੱਟ ਲਿਆ, उपवास रख लिया, प्रार्थना कर ली ते ਅਸੀਂ ਅੰਤ ਦੇ ਵਿੱਚ ਦਾ ਕੁਝ ਫਲ ਨਹੀਂ ਪਾਇਆ। ਮੇਰੇ ਜੀਜੋ ਇਹਨਾਂ ਦਿਨਾਂ ਦੇ ਵਿੱਚ ਜਦ ਅਸੀਂ 21 ਦਿਨ ਪਰਮੇਸ਼ਵਰ ਦੇ ਸਾਹਮਣੇ उपवास रख के बैठे आ, प्रार्थना कर रहे कि परमेश्वर मेरी इस जरूरत ਨੂੰ ਪੂਰਾ ਕਰ ਦੇ, परमेश्वर ਮੈਨੂੰ ਇਹ आशीष दे, परमेश्वर ਮੈਨੂੰ ਇਸ ਬਰਕਤ ਨਾਲ ਆਸ਼ੀਸ਼ਿਤ ਕਰ। ਮੇਰੇ ਜੀਜੋ ਇਸ ਸਮੇਂ ਹੈ ਜਦ ਅਸੀਂ ਪਰਮੇਸ਼ਵਰ ਦੇ ਕੋਲ ਆਸ਼ੀਸ਼ ਨੂੰ ਕੀ ਪਾਉਣਾ ਹੈ। ਸਵੇਰ ਦੇ ਸਮੇਂ ਵੀ ਮੈਂ ਵਚਨ ਦੇ ਵਿੱਚੋਂ ਗੱਲ ਕਰ ਰਿਹਾ ਸੀ, ਹੁਣੇ ਵੀ ਅਸੀਂ ਗੀਤ ਗਾ ਰਹੇ ਸੀ, ਉਹ ਕਾਬਾਂ ਵਾਂਗੂ ਉੱਡਣਗੇ ਥੱਕਣਗੇ ਨਾ ਗੁਜ਼ਰਨਗੇ ਖੁਦਾਵੰਦੇ ਲੋਕ, ਖੁਦਾਵੰਦੇ ਲੋਕ। ਮੇਰੇ ਅਜ਼ੀਜ਼ੋ ਜਦ ਅਸੀਂ ਉਕਾਬ ਦੇ ਬਾਰੇ ਪੜ੍ਹਦੇ ਹਾਂ, ਜਦ ਅਸੀਂ ਉਕਾਬ ਦੇ ਬਾਰੇ ਪੜ੍ਹਦੇ ਹਾਂ, ਉਕਾਬ ਇੱਕ ਉਹ ਪੰਛੀ ਹੈ ਜਦ ਉਹ ਬਜ਼ੁਰਗ ਹੋ ਜਾਂਦਾ ਹੈ, ਜਦ ਉਹ ਆਪਣੀ ਨੌਜਵਾਨ ਜ਼ਿੰਦਗੀ ਨੂੰ ਪੂਰਾ ਕਰਦਾ, ਜਦੋਂ ਬਜ਼ੁਰਗੀ ਜ਼ਿੰਦਗੀ ਦੇ ਵਿੱਚ ਜਾਂਦਾ ਹੈ, ਜਦੋਂ ਆਪਣਾ ਸਟੈਪ ਉਧਰ ਨੂੰ ਕਰਦਾ ਹੈ, ਤਾਂ जब बुजुर्ग हो जाता तो अपने आप को बहुत उच्चियां की लै जाता है, अपने आप को बहुत ऊपर तक ले जाता है, जिथे जाके कुछ समय रेस्ट करता है ते उसके पुराने पंख जिहड़े पुराने पंख हुंदे ने वो की झड़ जाते हैं, पुराने पंख झड़ जाते हैं। अते जब कुछ दिन उस जगह दे विच रहिंदा है, जद उकाब उस जगह दे विच रहिंदा है अते वो फिर जद हौली हौली अगे जाता है तो उसके उकाब दे पंख नवे की आउंदे ਜਾਂਦੇ ਨੇ। ਆਮੀਨ ਹਾਲੇਲੂਇਆ। ਮੇਰੇ ਜੀਸੋ ਇਹਨਾਂ ਦਿਨਾਂ ਦੇ ਵਿੱਚ ਇਹ ਦਿਨ ਨੇ, 21 ਦਿਨ ਦਾ ਰੋਜ਼ਾ ਉਪਵਾਸ ਪ੍ਰਾਰਥਨਾ, ਇਹ ਉਹ ਸਮੇਂ ਹੈ ਜਿਸ ਜਗ੍ਹਾ ਦੇ ਵਿੱਚ ਅਸੀਂ ਆਪਣੇ ਆਪ ਨੂੰ ਨਵੇਂ ਕਰਦੇ ਜਾਣਾ ਹੈ। ਹੋ ਸਕਦਾ ਬੀਤੇ ਦਿਨਾਂ ਦੇ ਵਿੱਚ, ਬੀਤੇ ਸਾਲਾਂ ਦੇ ਵਿੱਚ, ਬੀਤੇ ਕੁਝ ਸਮੇਂ ਦੇ ਵਿੱਚ, ਬੀਤੇ ਪਲਾਂ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਸਾਹਮਣੇ ਕੁਝ ਗਲਤੀਆਂ ਕੀਤੀਆਂ ਹੋਣ, ਗੁਨਾਹ ਕੀਤੇ ਹੋਣ। ਇਹ ਦਿਨ ਨੇ ਜਦ ਅਸੀਂ ਉਹਨਾਂ ਗਲਤੀਆਂ ਨੂੰ, ਉਹਨਾਂ ਗੁਨਾਹਾਂ ਨੂੰ ਉਕਾਬ ਦੀ ਵਾਂਗਰ, ਉਸਦੇ ਪੰਖਾਂ ਦੀ ਵਾਂਗਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਕੇ ਗਲਤੀਆਂ ਗੁਨਾਹ ਨੂੰ ਮੰਨ ਕੇ ਉਹਨਾਂ ਨੂੰ ਉਤਾਰ ਕੇ ਦੇਵਾਂਗੇ ਅਤੇ ਪਰਮੇਸ਼ਵਰ ਦੀ ਹਜ਼ੂਰੀ ਵਿੱਚੋਂ ਇੱਕ ਨਵੀਂ ਆਸ਼ੀਸ਼ ਨੂੰ, ਇੱਕ ਨਵੇਂ ਚਾਲ ਚੱਲਣ ਨੂੰ, ਇੱਕ ਨਵੇਂ ਪੰਖਾਂ ਨੂੰ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਕੀ ਜਾਣਾ ਹੈ। ਆਮੀਨ ਹਾਲੇਲੂਇਆ। ਮੇਰੇ ਜੀਜੋ ਇਹਨਾਂ ਦਿਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਕੀ ਗੁਜ਼ਾਰਨਾ ਹੈ। ਬੀਤੇ ਦਿਨਾਂ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਦੇਖ ਰਹੇ ਸੀ ਕਿ ਵਰਤ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ। ਪਹਿਲੇ ਬਾੜ ਦੇ ਵਿੱਚ ਅਸੀਂ ਦੇਖਿਆ ਪਾਗ, ਪਹਿਲਾ ਰੋਜ਼ੇ ਦੇ ਪਹਿਲੇ ਦਿਨ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਦੇਖਿਆ ਮੂਸਾ ਦੀ ਜ਼ਿੰਦਗੀ ਦੇ ਵਿੱਚ ਵਰਤ ਦਾ ਕੀ ਮਹੱਤਵ ਸੀ, क्यों उसने परमेश्वर के सामने 40 दिन उपवास प्रार्थना कीता। ਅਸੀਂ ਵਚਨ ਦੇ ਵਿੱਚੋਂ ਦੇਖਿਆ 40 ਦਿਨ ਉਪਵਾਸ ਪ੍ਰਾਰਥਨਾ ਕਰਨ ਦੇ ਨਾਲ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਅਲੱਗ ਕੀ ਸ਼ਾਈਨ ਬ੍ਰਾਈਟ ਕੀ ਆ ਗਈ, ਇੱਕ ਅਲੱਗ ਪਰਮੇਸ਼ਵਰ ਦਾ ਨੂਰ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਚਮਕ ਪਿਆ, ਅਦਭੁਤ ਕੰਮ ਉਸ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਗਿਆ। ਅਤੇ ਦੂਸਰਾ ਭਾਗ ਅਸੀਂ ਅਗਲੇ ਦਿਨ ਵਚਨ ਦੇ ਵਿੱਚੋਂ ਦੇਖਿਆ ਸੀ ਕਿ ਯਹੋਸ਼ੂਆ
ਅਤੇ ਯਹੂਦਾ ਦੇ ਲੋਕਾਂ ਦੇ ਵਿੱਚ ਕਿਉਂ ਮਹੱਤਵਪੂਰਨ ਸੀ, ਕੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵ ਲੈ ਕੇ ਆਇਆ ਸੀ ਰੋਜ਼ਾ ਪ੍ਰਾਰਥਨਾ। ਜਦ ਮੇਰੇ ਜ਼ੀਜ਼ੋ ਅਮੋਨੀ ਅਤੇ ਦੋ ਸੈਨਾਵਾਂ ਜਦ ਪਰਮੇਸ਼ਰ ਦੇ ਲੋਕਾਂ ਦੇ ਅਟੈਕ ਕਰਨ ਦੇ ਲਈ ਆ ਰਹੀਆਂ ਸੀ, ਜਦ ਉਹਨਾਂ ਦੇ ਉੱਤੇ ਪ੍ਰਬਲ ਹੋਣ ਦੇ ਲਈ ਆ ਰਹੇ ਸੀ, ਪਰਮੇਸ਼ਰ ਦੇ ਦਾਸ ਨੇ ਯਹੋਸ਼ੁਆਫਾਟ ਨੇ ਯਹੂਦਾ ਦੇ ਵਿੱਚ ਉਸਨੇ ਡੋਂਡੀ ਪਟਵਾਈ, ਹੋਕਾ ਦਿੱਤਾ, ਵਰਤ ਰੱਖੋ ਤੇ ਪ੍ਰਾਰਥਨਾ ਕਰੋ। ਇਹ ਲੜਾਈ ਸਾਡੀ ਨਹੀਂ, ਇਹ ਲੜਾਈ ਪਰਮੇਸ਼ਰ ਦੀ। ਆਮੀਨ, ਹਾਲੇਲੂਇਆ। ਮੇਰੇ ਜ਼ੀਜ਼ੋ ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਸਾਡੀਆਂ ਮੁਸ਼ਕਿਲਾਂ ਵੱਡੀਆਂ ਹੋਣ, ਹੋ ਸਕਦਾ ਸਾਡੇ ਸੰਕਟ ਵੱਡੇ ਹੋਣ। ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਹੈ, ਕਹਿਣਾ ਪ੍ਰਭੂ ਇਹ ਲੜਾਈ ਮੇਰੀ ਨਹੀਂ, ਇਹ ਲੜਾਈ ਤੇਰੀ ਹੈ। ਪ੍ਰਭੂ ਤੂੰ ਮੈਨੂੰ ਉਹਨਾਂ ਬਿਮਾਰੀਆਂ ਦੇ ਉੱਤੇ ਜਿੱਤ ਦੇਣ ਵਾਲਾ ਖੁਦਾ ਹੈ। ਪ੍ਰਭੂ ਤੂੰ ਮੈਨੂੰ ਉਹਨਾਂ ਬਹਿਰੀਆਂ ਦੇ ਉੱਤੇ ਜਿੱਤ ਦੇਣ ਵਾਲਾ ਕੀ ਖੁਦਾ ਹੈ। ਆਮੀਨ, ਹਾਲੇਲੂਇਆ। ਕਹਿੰਦੇ ਆਈਏ ਅੱਜ ਵੀ ਅਸੀਂ ਉਸੇ ਦੇ ਤੀਸਰੇ ਪਾਠ ਨੂੰ ਦੇਖਾਂਗੇ। ਭਾਗ ਤੀਸਰਾ, ਵਰਤ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ। ਆਈ ਮੇਰੇ ਨਾਲ ਕਰੀਏ ਨehemiah, the book of Nehemiah chapter 2 verses 1 to 5। ਨehemiah ਦੀ ਪੁਸਤਕ ਉਸ ਦਾ 2 ਅਧਿਆਇ ਉਸ ਦੀ 1 ਆਇਤ ਤੋਂ ਲੈ ਕੇ 5 ਆਇਤ ਤੱਕ ਕਿਰਪਾ ਕਰਕੇ ਜਲਦੀ ਨਾਲ ਪੜ੍ਹੀਏ। ਤਾਂ ਇਹ ਹੋਇਆ ਕਿ ਅਰਤਸ਼ਸ਼ਤਾ ਬਾਦਸ਼ਾਹ ਦੇ 20ਵੇਂ ਵਰੇ ਨਿਸਾਨ ਦੇ ਮਹੀਨੇ ਵਿੱਚ ਮੈਂ ਉਹਦੇ ਸਾਹਮਣੇ ਸੀ, ਤਾਂ ਮੈਂ ਚੁੱਕ ਕੇ ਮੈਂ ਬਾਦਸ਼ਾਹ ਨੂੰ ਦਿੱਤੀ, ਪਰ ਮੈਂ ਉਹਦੇ ਜੂਰ ਪਹਿਲਾਂ ਕਦੀ ਉਦਾਸ ਨਹੀਂ ਸਾਂ ਹੋਇਆ। ਤਦ ਬਾਦਸ਼ਾਹ ਨੇ ਮੈਨੂੰ ਆਖਿਆ, ਤੇਰਾ ਮੂੰਹ ਕਿਉਂ ਉਦਾਸ ਹੈ? ਤੂੰ ਬਿਮਾਰ ਨਹੀਂ ਦਿਸਦਾ, ਇਹ ਤੇਰੇ ਦਿਲ ਦੀ ਉਦਾਸੀ ਬਿਨਾਂ ਹੋਰ ਕੁਝ ਨਹੀਂ। ਤਾਂ ਮੈਂ ਬਹੁਤ ਹੀ ਡਰ ਗਿਆ। ਮੈਂ ਬਾਦਸ਼ਾਹ ਨੂੰ ਆਖਿਆ, ਬਾਦਸ਼ਾਹ ਜੁਗੋ ਜੁਗ ਜਿੰਦਾ ਰਹੇ, ਮੇਰਾ ਮੂੰਹ ਕਿਉਂ ਉਦਾਸ ਨਾ ਹੋਵੇ, ਜਦ ਕਿ ਉਹ ਸ਼ਹਿਰ ਜਿੱਥੇ ਮੇਰੇ ਪਿਓ ਦਾਦੇ ਦੇ ਘਰਾਣੇ ਦੀਆਂ ਕਬਰਾਂ ਹਨ ਠੇ ਹੋਇਆ ਪਿਆ ਹੈ ਅਤੇ ਉਹਦੇ ਫਾਟਕ ਅੱਗ ਨੇ ਖਾ ਲਏ ਹਨ। ਬਾਦਸ਼ਾਹ ਨੇ ਮੈਨੂੰ ਆਖਿਆ, ਤੂੰ ਕੀ ਚਾਹੁੰਦਾ ਹੈ? ਤਾਂ ਮੈਂ ਕਾਜ ਦੇ ਪਰਮੇਸ਼ਰ ਅੱਗੇ ਬੇਨਤੀ ਕੀਤੀ। ਤਾਂ ਮੈਂ ਬਾਦਸ਼ਾਹ ਨੂੰ ਆਖਿਆ, ਜੇ ਬਾਦਸ਼ਾਹ ਨੂੰ ਚੰਗਾ ਲੱਗੇ ਅਤੇ ਜੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ, ਤਾਂ ਤੁਸੀਂ ਮੈਨੂੰ ਯਹੂਦਾ ਨੂੰ ਮੇਰੇ ਪਿਓ ਦਾਦਿਆਂ ਦੀ ਕਬਰਾਂ ਦੇ ਸ਼ਹਿਰ ਨੂੰ ਕੱਲ ਦਿਓ ਕਿ ਮੈਂ ਉਹਨਾਂ ਨੂੰ ਬਣਾਵਾਂ। ਇਸ ਦਾ 1 ਅਧਿਆਇ 1 ਤੋਂ 5 ਤੱਕ ਵੀ ਪੜੋ। 1 ਅਧਿਆਇ ਉਸ ਦੀ 1 ਤੋਂ 5 ਆਇਤ ਤੱਕ। ਅਕਲਿਆ ਦੇ ਪੁੱਤਰ ਨehemiah ਦੀਆਂ ਗੱਲਾਂ। ਤਾਂ ਇਹ ਹੋਇਆ ਕਿ 20ਵੇਂ ਵਰੇ ਕਿਸਲੇਵ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ ਅਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ। ਤਾਂ ਮੈਂ ਉਹਨਾਂ ਕੋਲ ਉਹਨਾਂ ਬਚਿਆ ਹੋਇਆ ਯਹੂਦੀਆਂ ਦੇ ਵਿਖੇ ਅਤੇ ਉਹਨਾਂ ਸਿਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ। ਤਾਂ ਉਹਨਾਂ ਮੈਨੂੰ ਆਖਿਆ, ਉਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ, ਵੱਡੀ ਦੁਰਦਸ਼ਾ ਅਤੇ ਨਿਰਾਦਰੀ ਵਿੱਚ ਹੈ ਅਤੇ ਯਰੂਸ਼ਲਮ ਦੀਆਂ ਕੰਧਾਂ ਟੱਟੀਆਂ ਪਈਆਂ ਹਨ ਅਤੇ ਉਸ ਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਤਾਂ ਇਹ ਹੋਇਆ ਕਿ ਜਦ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ ਅਤੇ ਮੈਂ ਕਈਆਂ ਦਿਨਾਂ ਤੱਕ ਸੋਗ ਕੀਤਾ ਅਤੇ ਵਰਤ ਰੱਖਿਆ, ਨਾਲੇ ਕਾਜ ਦੇ ਪਰਮੇਸ਼ਰ ਦੇ ਸਨਮੁਖ ਪ੍ਰਾਰਥਨਾ ਕੀਤੀ। ਅਤੇ ਮੈਂ ਆਖਿਆ, हे ਯਹੋਵਾ ਆਕਾਸ਼ ਦੇ ਪਰਮੇਸ਼ਰ, हे ਮਹਾਨ ਤੇ ਭੈਯੋਗ ਪਰਮੇਸ਼ਰ, ਤੂੰ ਜੋ ਆਪਣੇ ਪ੍ਰੇਮੀਆਂ ਤੇ ਆਪਣੇ ਹੁਕਮ ਮੰਨਣ ਵਾਲਿਆਂ ਨਾਲ ਦਇਆ ਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ। ਆਮੀਨ, ਹਾਲੇਲੂਇਆ, ਹਾਲੇਲੂਇਆ। ਮੇਰੇ ਜੀਜੋ ਇਸ ਜਗ੍ਹਾ ਦੇ ਵਿੱਚ ਅਸੀਂ ਪਰਮੇਸ਼ਰ ਦੇ ਦਾਸ ਨehemiah ਦੇ ਬਾਰੇ ਕੀ ਪੜ੍ਹਦੇ ਹਾਂ। ਨehemiah ਦੇ ਬਾਰੇ ਅਸੀਂ ਇਸ ਜਗ੍ਹਾ ਦੇ ਵਿੱਚ ਪੜ੍ਹਦੇ ਹਾਂ ਕਿ ਪਰਮੇਸ਼ਰ ਦਾ ਦਾਸ ਨehemiah ਉਸ ਦੀ ਜ਼ਿੰਦਗੀ ਦੇ ਵਿੱਚ ਜਦ ਉਸਨੇ ਵਰਤ ਰੱਖਿਆ, ਕਿਉਂ ਉਸਨੇ ਵਰਤ ਰੱਖਿਆ ਸੀ ਅਤੇ ਉਹ ਵਰਤ ਰੱਖ ਕੇ ਉਸਨੇ ਕੀ ਪਰਮੇਸ਼ਰ ਦੇ ਉੱਤਰ ਨੂੰ ਪਾਇਆ ਜਾਂ ਨਹੀਂ ਪਾਇਆ। ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੀ ਇਹ ਦੇਖਾਂਗੇ। ਪਹਿਲਾ ਅਸੀਂ ਦੇਖਿਆ ਸੀ ਮੂਸਾ ਨੇ ਵਰਤ ਰੱਖਿਆ, ਦੂਸਰਾ ਅਸੀਂ ਦੇਖਿਆ ਯਹੋਸ਼ੁਆਫਾਟ ਤੇ ਯਹੂਦਾ ਦੇ ਲੋਕਾਂ ਨੇ ਵਰਤ ਰੱਖਿਆ ਅਤੇ ਤੀਸਰਾ ਅੱਜ ਅਸੀਂ ਦੇਖਾਂਗੇ ਪਰਮੇਸ਼ਰ ਦੇ ਦਾਸ ਨehemiah ਨੇ ਵੀ वचन दे विच लिखिया, उन्हें भी वर्त रखिया। ਅਸੀਂ ਜਦ ਇਸ ਦੀ 2 ਆਇਤ 2 ਅਧਿਆਇ ਦੀ 1 ਆਇਤ ਵਿੱਚ ਪੜ੍ਹਦੇ ਹਾਂ, ਕਹਿੰਦਾ अर्थशस्ता राजा दे 20वें वर्ष में निशान नाम के महीने में जब उसके सामने दाख मधु था। इस जगह दे विच अर्थशस्ता राजा ਸੀ ਇੱਕ, जद नehemiah ਜਿਹੜੇ ਰਾਜ ਮਹਿਲ ਦੇ ਵਿੱਚ ਰਹਿ ਰਿਹਾ ਸੀ, ਉਸ ਰਾਜ ਮਹਿਲ ਦਾ ਜਿਹੜਾ ਰਾਜਾ ਸੀ ਉਸ ਦਾ ਨਾਮ ਕੀ अर्थशस्ता ਸੀ। अर्थशस्ता नाम ਦਾ ਇੱਕ ਰਾਜਾ ਸੀ ਅਤੇ 20वें ਮਹੀਨੇ ਦੇ ਵਚਨ ਵਿੱਚ ਲਿਖਿਆ ਨਿਸਾਨ ਮਹੀਨੇ। ਨਿਸਾਨ ਮਹੀਨੇ ਦੇ ਵਿੱਚ ਜਦ ਅਸੀਂ ਪੜ੍ਹਦੇ ਹਾਂ, ਜਦ ਇਸ ਨੂੰ ਹਿਬਰੂ ਕੈਲੰਡਰ ਦੇ ਵਿੱਚ ਅਬਰਾਨੀ ਭਾਸ਼ਾ ਦੇ ਵਿੱਚ ਨਿਸਾਨ ਮਹੀਨਾ ਜੋ ਹੁੰਦਾ ਹੈ ਉਹ ਇੰਗਲਿਸ਼ ਕੈਲੰਡਰ ਦੇ ਵਿੱਚ ਅਪ੍ਰੈਲ ਦਾ ਮਹੀਨਾ ਮੰਨਿਆ ਜਾਂਦਾ ਹੈ। ਅਪ੍ਰੈਲ ਦਾ ਮਹੀਨਾ ਹਿਬਰੂ ਕੈਲੰਡਰ ਦੇ ਵਿੱਚ, ਧਿਆਨ ਦੇ ਨਾਲ ਸੁਣਨਾ, ਹਿਬਰੂ ਕੈਲੰਡਰ ਦੇ ਵਿੱਚ ਅਬਰਾਨੀ ਕੈਲੰਡਰ ਦੇ ਵਿੱਚ ਜਿਹੜਾ ਨਿਸ਼ਾਨ ਦਾ ਮਹੀਨਾ ਹੈ
जो कि निशान दा महीना है, उसनू साडे इंग्लिश कैलेंडर विच जो अज दा कैलेंडर असी देखदे हां, अप्रैल दा महीना भाव अप्रैल दा महीना की मन्निया जांदा है। अते वचन सानू कहंदा है, वचन इस प्रकार दे नाल लिखिया जद राजा अरतशस्ता ने उसनू देखिया, नहमाया नू देखिया कि इसदे मुंह दे उत्ते की अदासी है। वचन कहंदा जद नहमाया उसदे अगे गया, जद राजा दे अगे उसनू दाख मधु भेंट करन दे ले गया, तां वचन दे विच लिखिया उसदा मुंह की उतरिया होया सी, उदास सी। क्यों उदास सी? इसदी असी एक अध्याय उसदी एक आयत तो बड़ी जल्दी नाल रहना हकलिया दे पुੱਤਰ ਨਾਮੇ ਦੀਆਂ ਗੱਲਾਂ ਤਾਂ ਇਹ ਹੋਇਆ ਕਿ 20ਵੇਂ ਵਰੇ ਕਿਸਲੇਵ ਦੇ ਮਹੀਨੇ ਮੈਂ ਸੂਸਨ ਦੇ ਮਹਿਲ ਵਿੱਚ ਸਾਂ ਅਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਅਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ। हमें कहता 20वें महीने दे किसलेव इस जगह दे विच फिर आ गया महीना किसलेव, जिस तो भाव ਸਾਡੇ ਅੱਜ ਦੇ ਕੈਲੰਡਰ ਵਿੱਚ ਜਿਹੜਾ ਮਹੀਨਾ ਹੈ ਦਸੰਬਰ ਦਾ ਮਹੀਨਾ। ਕਿਸਲੇਵ ਅਬਰਾਨੀ ਭਾਸ਼ਾ ਵਿੱਚ ਜਿਹੜਾ ਕਿਸਲੇਵ ਦਾ ਮਹੀਨਾ ਹੈ, ਸਾਡੇ ਇੰਗਲਿਸ਼ ਕੈਲੰਡਰ ਵਿੱਚ ਭਾਵ ਉਸ ਦਾ ਮਤਲਬ दिसंबर का महीना। कहता 20वें महीने के किसलेव महीने में जब मैं शूशन नाम राजगढ़ में रहता था, तब एक मेरा भरा कहता जब मैं राजमहल दे विच रहंदा सी, 20वें महीने दे दिसंबर दे विच जब मैं राजमहल दे विच रहंदा सी, कहता उस जगह दे विच एक मेरा भरा हनानी नाम दा जेड़ा मेरे कोल आया, मेरे कोल आके उन्हें मैनू यहूदा दे बारे दस्या। उन्होंने मैनू मेरे प्यो दादे जिस जगह दे विच मेरे प्यो दादे परमेश्वर दी इबादत करदे सी, यरूशलेम मंदिर दे बारे इस जगह दे विच वो यरूशलेम मंदिर दी गल की कर रहे ने। यरूशलेम मंदिर जेड़ा परमेश्वर दा घर जिसनू की किया जांदा है, जिसनू परमेश्वर दा घर किया जांदा है। कहंदा उस जगह दे विचों मैनू कुछ लोग ने आके कि लोग हनानी नाम दा एक इंसान सी मेरा भरा, जिसने आके मैनू यरूशलेम दे बारे की दस्या। आगे बढ़िए। ਤਾਂ ਮੈਂ ਉਹਨਾਂ ਕੋਲ ਬਚਿਆ ਹੋਇਆ ਯਹੂਦੀਆਂ ਦੇ ਵਿਖੇ ਅਤੇ ਉਹਨਾਂ ਸੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ ਅਤੇ ਯਰੂਸ਼ਲਮ ਦੇ ਵਿਖੇ ਪੁੱਛਿਆ, ਤਾਂ ਉਹਨਾਂ ਮੈਨੂੰ ਆਖਿਆ ਉਹ ਬਕੀਆ ਜਿਹੜਾ ਉਹਦੇ ਸੂਬੇ ਵਿੱਚ ਸੀਰੀ ਵਿੱਚੋਂ ਬਚ ਰਿਹਾ ਸੀ ਵੱਡੀ ਦੁਰਦਸ਼ਾ ਅਤੇ ਨਿਰਾਦਰੀ ਵਿੱਚ ਹੈ ਅਤੇ ਯਰੂਸ਼ਲਮ ਦੀਆਂ ਕੰਧਾਂ ਟੱਠੀਆਂ ਪਈਆਂ ਹੋਈਆਂ ਹਨ। ਇਸ ਜਗ੍ਹਾ ਦੇ ਵਿੱਚ ਮੇਰੇ ਜੀਜ਼ੋ ਜਦ ਪਰਮੇਸ਼ਰ ਦਾ ਦਾਸ ਉਸ ਦੇ ਨਾਲ ਵਾਰਤਾਲਾਪ ਨੂੰ ਕਰਦਾ ਹੈ, ਉਸ ਦਾ ਹਾਲ ਚਾਲ ਯਰੂਸ਼ਲਮ ਦਾ ਹਾਲ ਚਾਲ ਪੁੱਛਦਾ ਹੈ कि किस प्रकार दे नाल यरूशलेम दी हुण की दूर दिशा है, किस प्रकार दे नाल यरूशलेम दे विच हुण सब कुछ की चल रहा है। पर वचन विच लिखिया उस नु की कहंदा यरूशलेम दी शहर पनाह की टठी हुई है। भाव यरूशलेम शहर मंदिर की टठिया पिया, उसदी शहर पनाह टठी पई। आगे बढ़िए। ਅਤੇ ਉਹਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਉਹਦੇ ਫਾਟਕ ਅੱਗ ਦੇ ਨਾਲ ਜਲੇ ਹੋਏ ਹਨ। ਤਾਂ ਇਹ ਹੋਇਆ ਕਿ ਜਦ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ। ਕਹਿੰਦਾ ਜਦ ਮੈਂ ਇਹਨਾਂ ਗੱਲਾਂ ਨੂੰ ਉਸ ਮਨੁੱਖ ਦੇ ਕੋਲੋਂ ਹਨਾਨੀ ਨਾਮ ਦੇ ਇੱਕ ਮਨੁੱਖ ਦੇ ਕੋਲੋਂ ਜਦ ਮੈਂ ਇਹਨਾਂ ਗੱਲਾਂ ਨੂੰ ਸੁਣਿਆ ਕਿ ਮੇਰੇ ਪਿਓ ਦਾਦੇ ਜਿਸ ਜਗ੍ਹਾ ਦੇ ਵਿੱਚ ਆਰਾਧਨਾ ਕਰਦੇ ਸੀ, ਜਿਸ ਜਗ੍ਹਾ ਦੇ ਵਿੱਚ ਮੇਰੇ ਪਿਓ ਦਾਦੇ ਪਰਮੇਸ਼ਵਰ ਦੀ ਹਮਦੋ ਸਨਾ ਕਰਦੇ ਸੀ, ਜਿਸ ਜਗ੍ਹਾ ਦੇ ਵਿੱਚ ਮੇਰੇ ਪੁਰਖ ਪਰਮੇਸ਼ਵਰ ਦੀ ਹਮਦੋ ਸਨਾ ਕਰਦੇ ਸੀ, ਅੱਜ ਉਹ ਜਗ੍ਹਾ ਦੀ ਦੂਰਦਸ਼ਾ ਬਹੁਤ ਕੀ ਖਰਾਬ ਹੈ। ਅੱਜ ਉਸ ਜਗ੍ਹਾ ਦੇ ਫਾਟਕ ਚਲੇ ਪਏ ਹਨ, ਉਹ ਮੰਦਿਰ ਟੱਠਿਆ ਪਿਆ ਹੈ, ਉਹ ਸ਼ਹਿਰ ਪਨਾਹ ਕੀ ਟੱਠੀ ਪਈ ਹੈ। ਵਚਨ ਕਹਿੰਦਾ ਜਦ ਉਸਨੇ ਇਹਨਾਂ ਗੱਲਾਂ ਦੇ ਬਾਰੇ ਸੁਣਿਆ ਉਹ ਉਦਾਸ ਹੋ ਗਿਆ, ਉਹ ਸੋਗ ਕਰਨ ਲੱਗਾ, ਵਿਲਾਪ ਵਿੱਚ ਬੈਠ ਕੇ। ਅੱਗੇ बढ़िए। ਤਾਂ ਇਹ ਹੋਇਆ ਕਿ ਜਦ ਮੈਂ ਇਹ ਗੱਲਾਂ ਸੁਣੀਆਂ ਤਾਂ ਮੈਂ ਬੈਠ ਕੇ ਰੋਣ ਲੱਗ ਪਿਆ। ਕਹਿੰਦਾ ਜਦ ਮੈਂ ਇਹਨਾਂ ਗੱਲਾਂ ਨੂੰ ਸੁਣਿਆ, ਜਦ ਮੈਂ ਸਾਰੀਆਂ ਗੱਲਾਂ ਜਿਹੜੀ ਵਾਰਤਾਲਾਪ ਜਿਹੜੀ ਕਨਵਰਸੇਸ਼ਨ ਉਸ ਦੇ ਤੇ ਮੇਰੇ ਵਿੱਚ ਹੋਈ ਸੀ, ਜਦ ਮੈਂ ਉਸ ਕਨਵਰਸੇਸ਼ਨ ਨੂੰ ਸੁਣਿਆ ਤੇ ਕਹਿੰਦਾ ਮੈਂ ਉਸ ਵਾਰਤਾਲਾਪ ਨੂੰ ਸੁਣ ਕੇ ਕੀ ਰੋਣ ਲੱਗਾ, ਉਹਨਾਂ ਗੱਲਾਂ ਨੂੰ ਸੁਣ ਕੇ ਰੋਣ ਲੱਗਾ ਕਿ ਅੱਜ ਮੇਰੇ ਪਿਓ ਦਾਦਿਆਂ ਦਾ ਮੰਦਿਰ ਜਿਸ ਜਗ੍ਹਾ ਦੇ ਵਿੱਚ ਉਹ ਆਰਾਧਨਾ ਕਰਦੇ ਸੀ, ਅੱਜ ਉਸ ਜਗ੍ਹਾ ਦਾ ਮੰਦਿਰ ਇਸ ਤਰ੍ਹਾਂ ਕੀ ਟੱਟਿਆ ਪਿਆ ਹੈ। ਅੱਜ ਉਸ ਸ਼ਹਿਰ ਦੇ ਬੁਰੇ ਹਾਲ ਨੇ, ਫਾਟਕ ਜਲੇ ਹੋਏ ਨੇ, ਸ਼ਹਿਰ ਪਨਾਹ ਟੱਠੀ ਹੋਈ ਹੈ। ਕਹਿੰਦਾ ਮੈਂ ਵਿਲਾਪ ਕਰਨ ਲੱਗ ਪਿਆ, ਸੋਗ ਕਰਨ ਲੱਗ ਪਿਆ, ਰੋਣ ਲੱਗ ਪਿਆ, ਅੱਖਾਂ ਦੇ ਵਿੱਚ ਆਂਸੂ ਆ ਗਏ, ਰੋਣ ਲੱਗ ਪਿਆ। ਅੱਗੇ बढ़िए। ਅਤੇ ਮੈਂ ਕਈ ਦਿਨਾਂ ਤੱਕ ਸੋਗ ਕੀਤਾ ਅਤੇ ਵਰਤ ਰੱਖਿਆ, ਨਾਲੇ ਕਾਹਦੇ ਪਰਮੇਸ਼ਰ ਦੇ ਸਨਮੁਖ ਪ੍ਰਾਰਥਨਾ ਕੀਤੀ। ਆਮੀਨ, ਹਾਲੇਲੂਇਆ, ਹਾਲੇਲੂਇਆ। ਸੋ ਵਚਨ ਸਾਨੂੰ ਕੀ ਕਹਿੰਦਾ ਹੈ? ਵਚਨ ਕਹਿੰਦਾ ਉਹ ਸੋਗ ਕਰਦਾ ਰਿਹਾ, ਠੀਕ ਹੈ, ਦੁਨਿਆਵੀ ਤੌਰ ਤੇ ਉਸ ਨੂੰ ਦੁੱਖ ਲੱਗਾ,
दुनियावी तौर पे उसने इस गल का दुख लगा और उसने विलाप किया, सोग किया, पर उसने सोग करके की किया? वो सोग करके रोंदा नहीं लिया, वो सोग करके एक कमरे में नहीं बैठा रहा, वो सोग करके जब किसी के कोल जाके नहीं रहन लगा, वो सोग करके नहीं कि अपने आप में एक कमरे दे विच बंद कर लिया। वचन की कहंदा उसने सोग किया, विलाप किया अते सेना दे यहोवा दे परमेश्वर ਨੂੰ पुकारना स्टार्ट कर दिता। आमीन, हालेलुया। उसने उपवास रखना स्टार्ट कर दिते, उसने व्रत रखने स्टार्ट कर दिते, उसने रोजा रख के प्रार्थना करनी स्टार्ट कर दित्तियां। उसनु पता सी कि हुण अगर ये शहर पूरा टट्ठी पई है, अगर ये फाटक जले होए ने, अगर यरूशलेम मंदिर दा ये हाल है, मैं सोग करके अगर व्रत रख के परमेश्वर को पुकारूंगा तो परमेश्वर ही मेरी प्रार्थना ਨੂੰ सुनेगा। आमीन, हालेलुया, हालेलुया। मेरे ਵੀਰੋ, ਅੱਜ ਹੋ ਸਕਦਾ कई प्रकार ਦੇ ਨਾਲ ਅਸੀਂ ਵੀ ਕੁਝ ਇਸ ਪ੍ਰਕਾਰ ਦੀਆਂ ਗੱਲਾਂ ਨੂੰ ਸੁਣੇ ਹੋਈ, ਅਸੀਂ ਵੀ ਕੁਝ ਇਹਨਾਂ ਚੀਜ਼ਾਂ ਨੂੰ ਸੁਣਿਆ ਹੋਵੇ ਜਿਨ੍ਹਾਂ ਦੇ ਨਾਲ ਸਾਡਾ ਮਨ ਦੁਖੀ ਹੋਵੇ। ਹੋ ਸਕਦਾ ਅੱਜ ਸਾਡੇ ਮਨ ਦੇ ਵਿੱਚ ਵੀ ਕੁਝ ਐਸੇ ਖਿਆਲ ਹੋਣ, ਕੁਝ ਐਸੀਆਂ ਗੱਲਾਂ ਹੋਣ ਜਿਨ੍ਹਾਂ ਦੇ ਨਾਲ ਸਾਡਾ ਮਨ ਕੀ ਦੁਖੀ ਹੋਵੇ, ਸੋਗ ਕਰਦੇ ਹੋਈਏ। ਪਰ ਮੇਰੇ ਅਜ਼ੀਜ਼ੋ, ਸੋਗ ਦੇ ਵੇਲੇ ਵਚਨ ਕੀ ਕਹਿੰਦਾ, ਦੁੱਖ ਦੇ ਵੇਲੇ ਤੂੰ ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ, ਮੈਂ ਤੈਨੂੰ ਵੱਡੀਆਂ ਵੱਡੀਆਂ ਅਤੇ ਔਖੀਆਂ ਔਖੀਆਂ ਗੱਲਾਂ ਸਿਖਾਵਾਂਗਾ ਜਿਨ੍ਹਾਂ ਨੂੰ ਤੂੰ ਜਾਣਦਾ ਵੀ नहीं होगा। मेरे अजीजों, बेशक ये बहुत वड्डी गल सी, औखी गल सी नहमाया दे लई, क्योंकि वो एक दूसरे स्थान दे विच रह रहा है। उसमें इन्ना विश्वास सी कि अगर मैं परमेश्वर दे सामने व्रत रख के रोजा रख के प्रार्थना करूंगा तो परमेश्वर मेरा इंतजाम करेगा कि मैं उस जगह दे विच जाके अपने प्यो दादे दे जिहड़ा मंदिर है उसनूं की बना सकां। क्योंकि जब असीं इसदा दूसरा राजा 25 अध्याय उसदी 1 ਤੋਂ 10 आयत ਦੇ ਵਿੱਚ पढ़ते हैं, वचन ਵਿੱਚ लिखिया जिस राजे ने उस मंदिर ਨੂੰ ਟਠਵਾਇਆ ਸੀ उस राजे ਦਾ नाम की नबूकदनेस्सर ਸੀ। नबूकदनेस्सर राजा ਸੀ जिस ने उस यरूशलेम मंदिर ਨੂੰ की ਟਠਵਾਇਆ ਸੀ। ਉਹ ਉਸ ਯਰੂਸ਼ਲਮ ਮੰਦਿਰ ਨੂੰ ਟਵਾਉਣ ਦੇ ਵਿੱਚ ਹੱਥ ਨਬੂਕਦਨੇਸਰ ਰਾਜੇ ਦਾ ਸੀ। वचन ਦੇ ਵਿੱਚ ਦੱਸੀ 25 ਅਧਿਆਇ दूसरा राजा 25 ਉਹਦੇ 1 ਤੋਂ 10 ਆਇਤ ਦੇ ਵਿੱਚ ਪੜ੍ਹਦੇ ਸੀ। 9 ਆਇਤ ਨੂੰ ਪੜ੍ਹੀ ਜਲਦੀ ਨਾਲ। और यहोवा दा भवन है और पातशाह दा महल साड़ सुटिया। हां, कहते यहोवा दा भवन ਅਤੇ ਪਾਤਸ਼ਾਹ ਦਾ ਮਹਿਲ ਕੀ ਸਾੜ ਸੁੱਟਿਆ। ਜਦ ਅਸੀਂ ਇਸ ਦੀ 2 ਆਇਤ ਵਿੱਚ ਪੜ੍ਹਦੇ ਹਾਂ ਉਸ ਜਗ੍ਹਾ ਦੇ ਜਹਾਂ ਪੜ੍ਹੀਏ ਨਬੂਕਦਨੇਸਰ ਰਾਜਾ ਦਾ ਜ਼ਿਕਰ ਹੈ। और सिदकिया पातशाह दी पातशाही दे 11वें बरे ताई शहर घेरिया रहा। हां, चौथे महीने दे 9वें दिहाड़े जद काल शहर विच डाटा हो गया और देश दे लोकां दी रोटी ना रही। हां, अगे एक आयत ऐ होया भई ओदी पातशाही दे 9वें बरे दे 10वें महीने दे 10वें दिन बाबल दे पातशाह नबूकदनेस्सर ने अपनी सारी सेना नाल यरूशलेम उते चढ़ाई की। हालेलुया। आगे वचन कहता नबूकदनेस्सर राजा ने अपनी पूरी सेना दे नाल यरूशलेम दे उत्ते चढ़ाई की। यरूशलेम ਨੂੰ ਤਬਾਹ ਕਰਨ ਦਾ ਪਲਾਨ ਬਣਾ ਲਿਆ। ਅਤੇ ਮੇਰੇ ਅਜ਼ੀਜ਼ੋ, ਵਚਨ ਕੀ ਕਹਿੰਦਾ ਹੈ, ਉਸਨੇ ਸਾਰਾ ਪਰਮੇਸ਼ਵਰ ਦਾ ਘਰ ਅਤੇ ਜਿੰਨੀਆਂ ਵੀ ਚੀਜ਼ਾਂ ਸੀ ਸਭ ਨੂੰ ਢਾ ਸੁੱਟਿਆ, ਸਭ ਨੂੰ ਜਲਾ ਦਿੱਤਾ। ਸਿੱਧਾ ਸਾਈਡ ਨੂੰ ਪੜ੍ਹੀਏ। ਅਤੇ ਕਸਦੀਆਂ ਦੀ ਸਾਰੀ ਸੈਨਾ ਨੇ ਜੋ ਜਲਾਦਾਂ ਦੇ ਸਰਦਾਰ ਦੇ ਨਾਲ ਸੀ ਯਰੂਸ਼ਲਮ ਦੇ ਆਲੇ ਦੁਆਲੇ ਦੀਆਂ ਕੰਧਾਂ ਨੂੰ ਢਾ ਦਿੱਤਾ। ਵਚਨ ਕੀ ਕਹਿੰਦਾ, ਯਰੂਸ਼ਲਮ ਦੇ ਆਲੇ ਦੁਆਲੇ ਦੀਆਂ ਕੰਧਾਂ ਨੂੰ ਵੀ ਢਾ ਸੁੱਟਿਆ। ਅੱਜ ਮੇਰੇ ਅਜ਼ੀਜ਼ੋ, मान लीजिए अगर आज इस जगह दे विच असीं बैठे हां, अगर सानू कोई कहे आके साडे घर दे उत्ते हमला हो गया, साडे घर दा सारा सत्यानाश करता, सब कुछ आग दे नाल जला दिता गया है, जिन्नियां भी कंधां सी पूरीआं ढा दित्तियां गया ने, असीं की करांगे? सोग विच बैठ जावांगे, रोवांगे, कल्पांगे कि ये साडे नाल की कर दिता। हो सकदा जिन्हां ने कीता ਉਹਨਾਂ ਦੇ ਅਸੀਂ ਕਦੀ ਵੀ ਸੁੱਖ ਨਹੀਂ ਮੰਗਾਂਗੇ, ਕਿਉਂਕਿ ਸਾਡਾ ਇਹ ਦੁਨਿਆਵੀ ਨੇਚਰ ਹੈ। ਅਸੀਂ ਉਹਨਾਂ ਨੂੰ ਪ੍ਰਤੀ ਬਹੁਤ ਬੁਰਾ ਭਲਾ ਕਵਾਂਗੇ, ਉਸਨੇ ਇਹ ਕਰ ਦਿੱਤਾ, ਉਸਨੇ ਇਹ ਕਰ ਦਿੱਤਾ। ਪਰ ਮੇਰੇ ਅਜ਼ੀਜ਼ੋ, ਵਚਨ ਕੀ ਕਹਿੰਦਾ ਹੈ? ਨਹਿਮਾਇਆ ਨੇ ਜਦ ਇਹਨਾਂ ਗੱਲਾਂ ਨੂੰ ਸੁਣਿਆ, ਪਹਿਲੀ ਗੱਲ ਉਸਨੇ ਨਿਰਭਾਈ ਨੂੰ ਕੀ ਅਪਣਾਇਆ। ਉਸਨੇ ਆਪਣੇ ਜੀਵਨ ਦੇ ਵਿੱਚ ਨਿਰਭਾਈ ਨੂੰ, ਧੈर्य ਨੂੰ ਉਸਨੇ ਆਪਣੇ ਜੀਵਨ ਦੇ ਵਿੱਚ ਕੀ रखिया। उसने नहीं कि एकदम जब उसने सुनिया कि शहर पर ढा दी गई है, सब कुछ जो यरूशलेम मंदिर ढा दिता गया है, वो भज के गया ते उस जगह दे विच की पहुंच गया। वचन की कहंदा है, वचन विच इस प्रकार दे नाल लिखिया, वचन कहंदा उसने दिसंबर महीने दे विच, किसलेव दे महीने दे विच, जदों शूशन नाम राजगढ़ दे विच सी,
उस जगह दे विच उसने सारियां गल्लां नूं की सुनिया अते वो प्रार्थना करता रहा। ਤੁਸੀਂ ਉਹ ਇਸ ਤੋਂ ਸਾਹਮਣੇ ਲਾ ਲਓ ਦਸੰਬਰ ਤੋਂ ਲੈ ਕੇ ਦੂਸਰਾ ਅਧਿਆਇ ਉਸ ਦੇ 2 ਆਇਤ ਦੇ 2 ਬਾਬ ਦੇ ਪਹਿਲੇ ਆਇਤ ਦੇ ਵਿੱਚ ਨਿਸਾਨ ਮਹੀਨੇ ਜਿਸ ਦਾ ਮੈਂ ਦੱਸਿਆ ਅਪ੍ਰੈਲ ਦਸੰਬਰ ਤੋਂ ਲੈ ਕੇ ਅਪ੍ਰੈਲ ਦੇ ਮਹੀਨੇ ਤੱਕ ਇਸ ਦੇ ਵਿੱਚ ਕੀ ਲਿਖਿਆ ਵਰਤ ਰੱਖ ਕੇ ਸੋਗ ਕਰਕੇ ਪ੍ਰਾਰਥਨਾ ਨਹੀਂ ਕਰਨਾ। ਆਮੀਨ ਹਾਲੇਲੂਇਆ। ਜੋ ਉਸਨੇ ਜਲਦਬਾਜ਼ੀ ਨਹੀਂ ਕੀਤੀ, उसने जल्दी दे नाल सब कुछ नहीं कीता मैं वो भी कर दवांगा ये भी कर दवांगा। वो परमेश्वर दे चरणों दे विच जाके बैठ गया, परमेश्वर दे चरणों विच जाके बैठ गया। व्रत रखने स्टार्ट कर दिते, उपवास प्रार्थनावां करनियां स्टार्ट कर दित्तियां। उसने कहा परमेश्वर ही मैनूं हुण इस तों की छुड़ावेगा, परमेश्वर ही मैनूं उस जगह दे विच लैके जावेगा। इस दी 5-4 आयत नूं पढ़िए। बादशाह ने मैनू आख्या तू की चाहता है तां मैं आकाश दे परमेश्वर अगे बेनती कीती ते मैं बादशाह नूं आख्या जे बादशाह नूं चंगा लगे अते जे तुहाड़ा दास तुहाडी निगाह विच चंगा होवे तां तुसीं मैनूं यहूदा नूं मेरे पिओ दादे दी कब्रां दे शहर नूं घੱਲ दिओ। एक दी 5 आयत पढ़ो पहला, एक दी 5। अते मैं आख्या यहोवा आकाश दे परमेश्वर हे महान ते पैजोग परमेश्वर तू जो अपने प्रेमियां ते अपने हुक्म मनण वालियां नाल दया अते नेम दी पालना करन वाला है। हालेलुया। कहंदा मैं जद उपवास रखिया प्रार्थना कीती, उसने प्रार्थना दे विच की मंगिया? उसने पहले ही प्रार्थना दे विच ये नहीं मांग लिया प्रभु तू मैनूं उस जगह दे विच लै जा, प्रभु मैं उस जगह नूं देखना चाहुंदा वां, प्रभु मैं उस जगह नूं जाके ठीक करना चाहुंदा। वचन की कहंदा, वचन कहंदा उसने प्रार्थना कीती, उसने कहा हे महान और भय योग्य परमेश्वर तू जो साडे नाल प्रेम रखन वाला है, तू जो साडे नाल प्रेम रखने वाला है। परमेश्वर तेरी करुणा सदा दी है, परमेश्वर तेरी दया साडे उत्ते सदा दी है। परमेश्वर तू अपने लोकां दे नाल प्यार करने वाला खुदा है। मेरे लोगों मेरे जीजो इन दिनां दे विच हो सकदा ਅਸੀਂ भी कुछ मुसीबतां दे विच पए होइए, हो सकदा साडे परिवार दे विच तंगियां होण, हो सकदा साडे रिश्तेदारां दे विच मुसीबतां होण, हो सकदा साडे शहर दे विच मुसीबतां होण, हो सकदा साडे अपने जीवन दे विच कई प्रकार दी मुसीबतां होण, हो सकदा साडा व्यक्तिगत जीवन सही नहीं चल रहा होवे, हो सकदा साडा व्यक्तिगत जीवन दे विच कई ऐसी परेशानियां ने जिन्हां परेशानियां नूं असीं छड्डना चाहुंदे आ पर असीं छड्ड नहीं पा रहे। मेरे जीजो वचन विच लिखिया धैर्य रखिए, हर काम नूं करन दे विच धीरज अपनाओ, हर काम नूं करन दे विच धीरज दे नाल जदे असीं उस काम नूं करांगे उस दे विच सफलता नूं की पा जद असी सफलता पाना है तो सानू धीरज बनाने की लोड़ है। इस जगह विच नहमाया के बारे असीं पढ़दे हां, नहमाया ने एकदम भज दौड़ नहीं की, दिसंबर तो लेके अप्रैल तक परमेश्वर दे पुत्र दा उम्मीद करदा रहा। दिसंबर तो लेके अप्रैल तक वो वचन दे विच बनया रहा, उपवास करदा रहा, प्रार्थना दे विच लगा रहा, सोग भी कीता अते परमेश्वर नूं अपणियां मुश्किलां दसियां अते परमेश्वर ने उस दा उत्तर दिता। हुण पढ़िए 2 अध्याय उसदी 4 आयत नूं। बादशाह ने मैनू आख्या तू की चाहता है? इस जगह दे विच फिर जद राजा उस नूं देखदा है कि वो कदी अपसेट नहीं होया कि नहमाया दे मुंह ते उत्ते उदासी है, पहला तां उस दे मुंह ते उत्ते उदासी नहीं सी। जद असीं 2 आयत दे विच 3 दे विच पढ़दे हां उस जगह दे विच लिखिया जद उसदा मुंह उतरिया पिया सी तां राजा ने पुछया नहमाया तैनूं की होया, तेरे मुंह ते उदासी क्यों है, क्यों तेरा मुंह अपसेट है? वचन में जब असीं 4 आयत पढ़दे कहता राजा ने मुझसे पूछा फिर तू क्या मांगता है? जब उसने ये सारी गल राजा नूं दसी, जब अपने राजा नूं दसी कि इस प्रकार दे नाल मेरे प्यो दादियां दी शहर पनाह हटा दित्ती गई है, मेरे प्यो दादियां दा मंदिर हटा दिता गया, जिस जगह दे विच परमेश्वर दी इबादत करदे सी वो हटा दिता गया है। मैं चाहुंदा वां कि उस जगह दे विच जाके मैं उसदा फिर देखभाल की कर उस जगह दे विच उसनूं जाके फिर रिपेयर कर पावां। हां 4 आयत पढ़िए। बादशाह ने मैनू आख्या तू की चाहता है? तां मैं आकाश दे परमेश्वर अगे बेनती कीती ते मैं बादशाह नूं आख्या जे बादशाह नूं चंगा लगे अते जे तुहाड़ा दास तुहाडी निगाह विच चंगा होवे तां तुसीं मैनूं यहूदा नूं मेरे पिओ दादे दी कब्रां दे शहरां नूं घੱਲ दिओ ते मैं इन्हां नूं बनावां। हालेलुया। मेरे जीजो पहली गल उसने धीरज बनाई रखिया, दूसरी गल उसने परमेश्वर दे ते भरोसा की रखिया। उसनूं ये नहीं सी कि हाँ मैं राजा नूं कह दवांगा राजा मैनूं जान देगा, पर उसने परमेश्वर दे ते भरोसा की रखिया।
परमेश्वर दे नाल वो वफादार रहा, परमेश्वर दे उत्ते भरोसा रखिया ते परमेश्वर ने सही समय ते उसदी प्रार्थना दा उत्तर की दिता। सही समय ते उसदी प्रार्थना नु सुन के उस प्रार्थना दा उत्तर की दिता। अते तीसरी गल प्रार्थना, जदों प्रार्थना कर रहा सी, प्रार्थना विच लवलीन रहा, प्रार्थना विच उसने सब कुछ मंगिया, प्रार्थना विच उसने प्रभु नु कहा, प्रभु तू मेरे राजे दे जीवन नु बदल, प्रभु मैं उस जगह दे विच जाना है, प्रभु तू मेरी प्रार्थना नु सुन। उसने अपने सारे प्लान, सारे सिनेरियो नु उसने प्रभु दे कदमां दे विच की रखिया। उसने अपने मन मर्जी नहीं की, उसने सारा सिनेरियो, सारा प्लान, ये सारा एजेंडा उसने परमेश्वर दे कदमां दे विच की रखिया। पहली गल वो धीरज उसने अपनी जिंदगी दे विच धीरज बनाई रखिया। दूसरी गल उसने परमेश्वर दे विश्वास रखिया। तीसरी गल वो प्रार्थना दे विच की लगा रहा, उपवास करना, प्रार्थना दे विच लगा रहा। अते मेरे जीजो सही समय दे परमेश्वर ने अपने दास नु उत्तर दिता। उसने कहा, हे नहमाया तू हुण की चाहना है? राजा इस जगह दे विच पूछ रहा है, नहमाया तू की चाहना है? तू दस मैं की करा, तू दस मैं की करा। उस जगह दे विच कहंदा है, राजा अगर तू मैनू आज्ञा देवे तां मैं यरूशलेम दे विच जाके अपने प्यो दादियां दे मंदिर नू भी फिर तो रिपेयर करने पावां। आमीन, हालेलुया, हालेलुया। मेरे जीजो आज हो सकदा साडे भी कुछ हालात इस प्रकार दे होण, अज हो सकदा साडी जिंदगी दे विच कुछ इस प्रकार दी कमियां कटियां होण, हो सकदा कुछ साडी जिंदगी दे विच भी इस प्रकार दा विलाप होवे, हो सकदा इस प्रकार दा सोग अज साडी जिंदगियां दे विच होवे, हो सकदा ओ बीमारियां दे वजह नाल होंदियां होण, हो सकदा ओ साडी जिंदगी दे विच अनेक प्रकार दे भांत दे रोग हो सकदे ने, जां भांत दे कष्ट हो सकदे ने, अलग-अलग विपतावां, अलग-अलग दुविधावां साडी जिंदगी दे विच हो सकदियां ने। मेरे जीजो वचन कहंदा धीरज बनाई रखिए, परमेश्वर दे ते भरोसा रखिए, परमेश्वर दे सामने प्रार्थना करिए अते आखिरी गल उस दे उत्तर दा इंतजार करिए। आमीन, हालेलुया। जद असीं इन्हां चारां गल्लां नूं अपनी जिंदगी दे विच फॉलो करदे आ, मेरे जीजो इन्हां रोज़ा उपवास प्रार्थना दे विच, इन्हां उपवास प्रार्थना दे विच असीं परमेश्वर नूं कहना है, परमेश्वर हो सकदा मैं इक्केदम इस चीज नूं नहीं छड्ड सकदी जां नहीं छड्ड सकदा, हो सकदा प्रभु मैं इक्केदम इस चीज नूं अपनी जिंदगी दे विचों नहीं उतार सकदी जां नहीं उतार सकदा, प्रभु मैनूं धीरज दे दे, प्रभु मेरा भरोसा तेरे उत्ते है, प्रभु मैं प्रार्थना करदा तू सही समय ते इस उत्तर दे के मैनूं आजाद कर देवेगा। आमीन, हालेलुया, हालेलुया। मेरे जीजो जद साडी इस प्रकार दी प्रार्थना हो जाएगी, जद असीं इन्हां चीज़ां नूं परमेश्वर दे कोलों मंगांगे, परमेश्वर उत्तर दे देवेगा। जद असीं इस दे अगले अध्यायां दे विच पढ़ के जाके देखदे आ, वचन दे विच लिखिया नहमाया उस जगह दे विच गया, वो यरूशलेम दे विच गया, उसने जाके ये सारी दूरदर्शन नूं देखिया, उसने सारे जाके सिनेरियो नूं देखिया कि की हो रहा उस जगह दे विच, की उस जगह दे विच होया। वचन कहंदा नहमाया ने प्रार्थना कीती, प्रभु मैं समंदर नूं फिर तो दी बिल्ड की करांगा। वचन है इस प्रकार दे नाल लिखिया, उसने उस शहर बनाउण नूं बनाया, फिर तो उस फाटकां नूं सवारिया अते परमेश्वर दे घर नूं भी सवार दिता। आमीन, हालेलुया। जेड़ा घर टह गया सी उस घर नूं फिर तो परमेश्वर ने बना दिता। अज मेरे जीजो हो सकदा साडे कुछ रिश्ते ऐसे टह गए होणगे, हो सकदा साडे परिवारां दे विच, साडे रिश्तेदारां दे विच, साडे आंढ गुआंढ दे विच कुछ इस प्रकार दी मुश्किलां होण, कुछ इस प्रकार दी दुविधावां होण, इस प्रकार दे लोग सानू ताने मारदे होण, मेरे मारदे होण, हो सकदा उन्होंने साडे परिवारां नूं बिखेर के रखिया होवे, हो सकदा उन्हां चीज़ां ने साडे परिवारां नूं एक दूसरे तो अलग कीता होवे, हो सकदा उस चीज़ ने पत्नी नूं पति तो, पति नूं पत्नी तो अते पति पत्नी नूं बच्चियां तो अलग कीता होवे, हो सकदा बच्चियां नूं अपने मां-पिओ तो अलग कीता होवे। मेरे जीजो जदी असीं इन्हां दिनां दे विच, जदी असीं परमेश्वर दे सामने रोज़ा उपवास प्रार्थना रख के बैठे हां, जदी असीं इन्हां दिनां दे विच असीं परमेश्वर दे सामने भुख त्रेह नूं कट रहे हां, इन्हां दिनां दे विच असीं कहिए प्रभु नूं, प्रभु दे सामने प्रार्थना करिए, प्रभु दे कोलों मंगिए, प्रभु जिस तरह तू नहमाया दी प्रार्थना दा उत्तर दित्ता, प्रभु बेशक वो सोग दे विच सी, प्रभु बेशक वो विलाप दे विच सी, प्रभु बेशक वो कष्ट दे विच सी, पर प्रभु
ਤੂੰ ਉਸ ਦੀਆਂ ਪ੍ਰਾਰਥਨਾ ਦਾ ਉੱਤਰ ਦੇ ਕੇ ਉਸ ਨੂੰ ਸਫਲ ਕੀਤਾ। ਅੱਜ ਪ੍ਰਭੂ ਤੂੰ ਮੈਨੂੰ ਵੀ ਸਫਲ ਕਰ ਦੇ। ਅੱਜ ਪ੍ਰਭੂ ਤੂੰ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਦੇ। ਅੱਜ ਪ੍ਰਭੂ ਤੂੰ ਮੇਰੇ ਘਰ ਦੇ ਵਿੱਚ ਮੈਨੂੰ ਆਸ਼ੀਸ਼ਿਤ ਕਰ ਦੇ। ਅੱਜ ਪ੍ਰਭੂ ਤੂੰ ਮੈਨੂੰ ਮੇਰੇ ਪਰਿਵਾਰ ਦੇ ਵਿੱਚ ਆਸ਼ੀਸ਼ਿਤ ਕਰ ਦੇ। ਅੱਜ ਪ੍ਰਭੂ ਤੂੰ ਮੈਨੂੰ ਮੇਰੇ ਪਰਿਵਾਰ ਦੇ ਵਿੱਚ, ਮੇਰੇ ਬੱਚਿਆਂ ਦੇ ਵਿੱਚ, ਮੇਰੇ ਆਂਢ ਗੁਆਂਢ ਦੇ ਵਿੱਚ, ਮੇਰੇ ਰਿਸ਼ਤੇਦਾਰ ਭਾਈ ਭੈਣਾਂ ਦੇ ਵਿੱਚ ਅਤੇ ਮੈਨੂੰ ਆਪਣੀ ਕਲੀਸਿਆ ਦੇ ਵਿੱਚ ਆਸ਼ੀਸ਼ਿਤ ਕਰ ਦੇ। ਆਮੀਨ। ਹਾਲੇਲੂਇਆ, ਹਾਲੇਲੂਇਆ। ਮੇਰੇ ਅਜ਼ੀਜ਼ੋ, ਪ੍ਰਭੂ ਹਰ ਇੱਕ ਦੀ ਪ੍ਰਾਰਥਨਾ ਨੂੰ ਕੀ ਸੁਣਦਾ ਹੈ, ਕਿਉਂਕਿ ਵਚਨ ਕਹਿੰਦਾ ਹੈ ਨਾ ਉਹ ਸੁਣਦਾ ਹੈ ਤੇ ਨਾ ਉਹ ਬੁਲਾਉਂਦਾ ਹੈ। ਉਹ ਸਾਡਾ ਪ੍ਰਭੂ ਕਦੀ ਵੀ ਸੁਣਦਾ ਨਹੀਂ ਹੈ, ਕਦੀ ਵੀ ਬੁਲਾਉਂਦਾ ਨਹੀਂ ਹੈ। ਉਹ ਹਰ ਸਮੇਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਇਹਨਾਂ 21 ਦਿਨਾਂ ਦੇ ਰੋਜ਼ਿਆਂ ਵਿੱਚ ਸਾਡੀ ਪ੍ਰਾਰਥਨਾ ਕੁਝ ਇਸ ਪ੍ਰਕਾਰ ਦੀ ਬਣ ਜਾਵੇ। ਫਿਰ ਹੀ ਇਹਨਾਂ ਪ੍ਰਾਰਥਨਾਵਾਂ ਦਾ, ਫਿਰ ਹੀ ਇਹਨਾਂ ਰੋਜ਼ਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਮਹੱਤਵ ਹੋਵੇਗਾ। ਨਹੀਂ ਤੇ ਸਭ ਕੁਝ ਵਿਅਰਥ ਹੈ। ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਵੇਰੇ ਆ ਰਹੇ ਹਾਂ, ਸ਼ਾਮ ਨੂੰ ਆ ਰਹੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਭੁੱਖ ਪਿਆਸ ਨੂੰ ਕੱਟ ਰਹੇ ਹਾਂ। ਅਗਰ ਅਸੀਂ ਪਰਮੇਸ਼ਰ ਦੇ ਸਾਹਮਣੇ ਜਾ ਕੇ ਕੁਝ ਚੀਜ਼ਾਂ ਉਸਦੇ ਸਾਹਮਣੇ ਮੰਨ ਕੇ, ਆਪਣੇ ਗਲਤ ਗੁਨਾਹਾਂ ਨੂੰ ਮੰਨ ਕੇ ਅੰਗੀਕਾਰ ਨਹੀਂ ਕਰਾਂਗੇ, ਪਰਮੇਸ਼ਰ ਦੇ ਸਾਹਮਣੇ ਜਾ ਕੇ ਆਪਣੇ ਪਾਪਾਂ ਤੋਂ ਤੌਬਾ ਨਹੀਂ ਕਰਦੇ, ਪਰਮੇਸ਼ਰ ਦੇ ਸਾਹਮਣੇ ਜਾ ਕੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਨਹੀਂ ਲਾਉਂਦੇ, ਚਾਹੇ ਮੇਰੀ ਜ਼ਿੰਦਗੀ 21 ਦਿਨ ਹੋ, ਚਾਹੇ 40 ਦਿਨ ਹੋ, ਚਾਹੇ 2 ਸਾਲ ਹੋ, ਚਾਹੇ 3 ਸਾਲ ਹੋ, ਸਭ ਕੁਝ ਵਿਅਰਥ ਹੈ। ਚਾਹੇ ਜਿੰਨੀ ਦੇਰ ਮਰਜ਼ੀ ਆ ਜਾਓ, ਫਿਰ ਸਭ ਕੁਝ ਕੀ ਵਿਅਰਥ ਹੈ। ਜਦ ਤੱਕ ਅਸੀਂ ਪੂਰਨ ਨੀਤੀ ਦੇ ਨਾਲ, ਅਧੀਨਗੀ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਵਿੱਚ ਆ ਕੇ ਆਪਣਾ ਆਤਮ ਸਮਰਪਣ ਪਰਮੇਸ਼ਰ ਨੂੰ ਨਹੀਂ ਕਰਦੇ, ਪਰਮੇਸ਼ਰ ਨੂੰ ਨਹੀਂ ਦਿੰਦੇ, ਉਨੀ ਦੇਰ ਤੱਕ ਅਸੀਂ ਪਰਮੇਸ਼ਰ ਦੇ ਕੋਲ ਆਸ਼ੀਸ਼ ਨੂੰ ਨਹੀਂ ਲੈ ਸਕਦੇ। ਉਨੀ ਦੇਰ ਤੱਕ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚੋਂ ਬਰਕਤਾਂ ਨੂੰ ਨਹੀਂ ਲੈ ਸਕਦੇ। ਮੇਰੇ ਅਜ਼ੀਜ਼ੋ, ਅੱਜ ਇਹ ਸਮੇਂ ਹੈ ਕਿ ਅਗਰ ਅਸੀਂ ਕੋਈ ਗਲਤੀ ਕੀਤਾ ਹੈ, ਕੋਈ ਗੁਨਾਹ ਕੀਤਾ ਹੈ, ਪਰਮੇਸ਼ਰ ਨੂੰ ਕਹੀਏ, ਪਰਮੇਸ਼ਰ ਅੱਜ ਦੀ ਰਾਤ ਰੋਜ਼ਾ ਉਪਵਾਸ ਪ੍ਰਾਰਥਨਾ, ਪ੍ਰਭੂ ਮੈਨੂੰ ਮਾਫ ਕਰਨੇ ਵਾਲਾ ਰੋਜ਼ਾ ਪ੍ਰਾਰਥਨਾ ਬਣ ਜਾਵੇ। ਮੇਰੇ ਅਜ਼ੀਜ਼ੋ, ਉਹ ਪ੍ਰਭੂ ਮਾਫ ਕਰਨੇ ਵਾਲਾ ਖੁਦਾ ਹੈ। ਹਾਲੇਲੂਇਆ। ਉਹ ਪ੍ਰਭੂ ਮਾਫ ਕਰਨੇ ਵਾਲਾ ਖੁਦਾ ਹੈ। ਉਹ ਟਿੱਕੇ ਨੂੰ ਉਠਾਉਣ ਵਾਲਾ ਖੁਦਾ ਹੈ। ਉਹ ਟਿੱਕੇ ਨੂੰ ਟਿੱਕਿਆ ਰਹਿਣ ਦੇਣ ਵਾਲਾ ਖੁਦਾ ਨਹੀਂ ਹੈ। ਉਹ ਟਿੱਕੇ ਨੂੰ ਉਠਾਉਂਦਾ ਹੈ ਅਤੇ ਨਿਰਬਲ ਨੂੰ ਬਲ ਦਿੰਦਾ ਹੈ। ਉਹ ਨਿਰਬਲ ਨੂੰ ਬਲ ਦੇਣ ਵਾਲਾ ਖੁਦਾ ਹੈ। ਅੱਜ ਮੇਰੇ ਅਜ਼ੀਜ਼ੋ, ਹੋ ਸਕਦਾ ਅਸੀਂ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ ਦੇ ਨਾਲ ਨਿਰਬਲ ਹੋ ਚੁੱਕੇ ਹੋਈਏ। ਅੱਜ ਉਹ ਜ਼ੁਕਾਮ ਦੇ ਵਾਂਗੂ ਆਪਣੇ ਪੁਰਾਣੇ ਪੰਖਾਂ ਨੂੰ ਲਾ ਦੇ, ਇਹ ਸਭ ਅੱਖਾਂ ਨੂੰ ਬੰਦ ਕਰਾਂਗੇ। ਅਸੀਂ ਆਪਣੇ ਅੱਖਾਂ ਨੂੰ ਬੰਦ ਕਰੀਏ। ਅੱਜ ਮੇਰੇ ਅਜ਼ੀਜ਼ੋ, ਜ਼ੁਕਾਮ ਦੇ ਵਾਂਗਰ ਆਪਣੇ ਪੁਰਾਣੀ ਇਨਸਾਨੀਅਤ ਨੂੰ ਅੱਜ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲਾ ਸੁੱਟੀਏ। ਕਹੀਏ, ਪ੍ਰਭੂ ਅੱਜ ਮੈਂ ਤੇਰੇ ਘਰ ਦੇ ਵਿੱਚੋਂ ਨਵੀਂ ਇਨਸਾਨੀਅਤ ਨੂੰ ਪਾ ਕੇ ਜਾਣਾ ਹੈ। ਪ੍ਰਭੂ ਮੈਂ ਤੇਰੇ ਘਰ ਦੇ ਵਿੱਚੋਂ ਇੱਕ ਨਵੇਂ ਹਿਰਦੇ ਨੂੰ ਪਾ ਕੇ ਜਾਣਾ ਹੈ। ਪ੍ਰਭੂ ਮੈਂ ਆਪਣੇ ਗਲਤੀ ਗੁਨਾਹ ਹਰ ਇੱਕ ਪ੍ਰਕਾਰ ਦਾ ਬਦੀ ਪ੍ਰਭੂ ਤੇਰੇ ਘਰ ਦੇ ਵਿੱਚ ਆ ਕੇ ਪ੍ਰਭੂ ਅੱਜ ਤੇਰੇ ਸਾਹਮਣੇ ਪਛਤਾਵਾ ਕਰਦਾ ਜਾ ਕਰਦੀ ਆ। ਪ੍ਰਭੂ ਮੈਨੂੰ ਮਾਫ ਕਰ ਦੇ। ਪ੍ਰਭੂ ਹੋ ਸਕਦਾ ਮੈਂ ਤੇਰੇ ਵਚਨ ਨੂੰ ਜਾਣਦੇ ਹੋਏ ਵੀ ਪ੍ਰਭੂ ਅਣਜਾਣ ਬਣਿਆ ਜਾਂ ਬਣੀ, ਜਾਣਦੇ ਹੋਏ ਵੀ ਅਣਜਾਣ ਬਣੀ ਜਾਂ ਬਣਿਆ। ਪ੍ਰਭੂ ਮੈਨੂੰ ਆਪਣੇ ਵਚਨ ਦੇ ਦੁਆਰਾ ਅੱਜ ਭਰਪੂਰ ਕਰਕੇ ਤ੍ਰਿਪਤ ਕਰ ਦੇ, ਤਾਂ ਜੋ ਰੋਜ਼ਾ ਪ੍ਰਾਰਥਨਾ ਉਪਵਾਸ ਮੇਰੀ ਜ਼ਿੰਦਗੀ ਦੇ ਲਈ ਇੱਕ ਮਹੱਤਵਪੂਰਨ ਬਣ ਜਾਵੇ। ਆਮੀਨ। ਹਾਲੇਲੂਇਆ। ਮੇਰੇ ਅਜ਼ੀਜ਼ੋ, ਇਹ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਰੋਜ਼ਾ ਉਪਵਾਸ ਪ੍ਰਾਰਥਨਾ ਬਣ ਸਕਦਾ ਹੈ। ਇਹ ਫਿਰ ਹੀ ਕੁਝ ਮਹੱਤਵ ਨੂੰ ਲੈ ਕੇ ਆਵੇਗਾ। ਇਹ ਉਪਵਾਸ ਪ੍ਰਾਰਥਨਾ ਭੁੱਖ ਤੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਵੇਰੇ ਸ਼ਾਮ ਆਉਣਾ ਫਿਰ ਹੀ ਕੁਝ ਮਹੱਤਵ ਨੂੰ ਲੈ ਕੇ ਆਵੇਗਾ। ਜਦੀ ਅਸੀਂ ਅਧੀਨ ਹੋ ਕੇ ਪਰਮੇਸ਼ਰ ਦੇ ਨਾਲ ਚੱਲਣੇ ਵਾਲੇ ਬਣ ਜਾਈਏ, ਕਿਉਂਕਿ ਵਚਨ ਕਹਿੰਦਾ ਹੈ ਅਧੀਨ ਹੋ ਜਾਓ। ਅਧੀਨ ਹੀ ਕਹਿੰਦੇ ਯਹੋਵਾ ਦਾ ਭੈ ਮੰਨਣ ਦਾ ਫਲ ਧਨ ਆਦਰ ਅਤੇ ਜੀਵਨ ਹੈ। ਇਹਨਾਂ ਦਿਨਾਂ ਦੇ ਵਿੱਚ ਅਸੀਂ ਪਰਮੇਸ਼ਰ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ ਦੇਣਾ ਹੈ, ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਅਧੀਨ ਕਰ ਦੇਣਾ ਹੈ। ਪ੍ਰਭੂ ਮੈਂ ਆਪਣੇ ਆਪ ਨੂੰ ਅਧੀਨ ਕਰਦੀ ਹਾਂ ਜਾਂ ਕਰਦਾ। ਪ੍ਰਭੂ ਨਹਿਮਾਇਆ ਦੀ ਤਰ੍ਹਾਂ ਮੇਰੀ ਪ੍ਰਾਰਥਨਾ ਸੁਣ ਲੈ। ਨਹਿਮਾਇਆ ਦੀ ਤਰ੍ਹਾਂ ਪ੍ਰਭੂ ਮੇਰੀ ਪ੍ਰਾਰਥਨਾ ਦਾ ਉੱਤਰ ਦੇ ਕੇ ਸਮੇਂ ਸਿਰ ਮੈਨੂੰ ਆਸ਼ੀਸ਼ਿਤ ਕਰ ਦੇ। ਪ੍ਰਭੂ ਮੈਂ ਦੁੱਖ ਦੇ ਵਿੱਚ ਹਾਂ, ਸੋਗ ਦੇ ਵਿੱਚ ਹਾਂ, ਹੋ ਸਕਦਾ ਮੈਂ ਵਿਲਾਪ ਦੇ ਵਿੱਚ ਹਾਂ, ਕਮੀਆਂ ਦੇ ਵਿੱਚ ਹਾਂ, ਕਸ਼ਟਾਂ ਦੇ ਵਿੱਚ ਹਾਂ, ਪਰੇਸ਼ਾਨੀਆਂ ਦੇ ਵਿੱਚ ਹਾਂ। ਪ੍ਰਭੂ ਅੱਜ ਮੈਂ ਤੇਰੇ ਸਾਹਮਣੇ ਪ੍ਰਾਰਥਨਾ ਕਰਦੀ ਹਾਂ ਜਾਂ ਕਰਦਾ ਵਾ। ਪ੍ਰਭੂ ਮੈਨੂੰ ਮਾਫ ਕਰ ਦੇ। ਮੇਰੇ ਦਿਲ ਤੋਂ ਮਾਫ ਕਰਨੇ ਵਾਲਾ ਖੁਦਾ ਹੈ। ਉਹ ਯਿਸੂ ਅੱਜ ਬੁਲਾ ਰਿਹਾ ਹੈ। ਉਹ ਯਿਸੂ ਕਹਿੰਦਾ ਮੇਰੇ ਕੋਲ ਆ ਜਾਓ। ਉਹ ਯਿਸੂ ਕਹਿੰਦਾ ਮੇਰੇ ਕੋਲ ਆ ਕੇ ਆਪਣੀਆਂ ਗਲਤੀਆਂ ਨੂੰ, ਗੁਨਾਹ ਨੂੰ ਮੰਨ ਲਓ, ਮੈਂ ਤੁਹਾਨੂੰ ਮਾਫ ਕਰਨੇ ਵਾਲਾ ਖੁਦਾ ਵਾ। ਅੱਜ ਮੇਰੇ ਦਿਲ ਤੋਂ ਆਪਣੇ ਪੁਰਾਣੇ ਇਨਸਾਨੀਅਤ ਨੂੰ ਲਾ ਸੁੱਟੀਏ। ਉਕਾਬ ਦੇ ਵਾਂਗੂ ਪੁਰਾਣੇ ਪੰਖਾਂ ਨੂੰ ਲਾ ਸੁੱਟ ਕੇ ਧੰਨਵਾਦ ਨਵੇਂ ਪੰਖਾਂ ਨੂੰ ਲੈ ਕੇ ਉੱਚਾਈਆਂ ਵਿੱਚ ਜਾਣ ਵਾਲੇ ਬਣ ਜਾਈਏ। ਅੱਜ ਮੇਰੇ ਦਿਲ ਤੋਂ ਨਵੀਂ ਇਨਸਾਨੀਅਤ ਨੂੰ ਲੈ ਕੇ
ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਉੱਚਾਈਆਂ ਤੇ ਜਾਣਾ ਹੈ। ਅੱਜ ਅਸੀਂ ਪਰਮੇਸ਼ਰ ਨੂੰ ਕਹਿਣਾ, ਪ੍ਰਭੂ ਮੈਨੂੰ ਉੱਚਾਈਆਂ ਤੇ ਲੈ ਕੇ ਜਾ। ਪ੍ਰਭੂ ਪੁਰਾਣਾ ਮੈਂ ਲਾ ਸੁੱਟਦੀਆਂ ਜਾਂ ਲਾ ਸੁੱਟਦਾ, ਨਵਾਂ ਦੇ ਕੇ ਪ੍ਰਭੂ ਮੈਨੂੰ ਉੱਚਾਈਆਂ ਤੇ ਲੈ ਜਾ। ਆਮੀਨ, ਹਾਲੇਲੂਇਆ। ਧੰਨਵਾਦ, ਧੰਨਵਾਦ। यीशु राजा ताड़ा धन्यवाद सामर्थी अनुग्रहकारी यहोवा परमेश्वर प्रभु जी थाड़े जिंदा नाम की तारीफ करते हैं जो तुसी प्रभुओं ने प्रभु धन्यवाद। राज्यां दे राजा आकाश ते धरती दे मालिक ते सर्व शक्तिमान परमेश्वर अपने लोकां दे नाल प्रभु यीशु राजा तुसी प्यार करते हो प्रभु जी प्रार्थना करना पूरा दिन तुसी संभाल के रखिया पूरा दिन तुसी अपने लोकां दी राखी कीती कम्मां कारां विच मदद कीती आउण जाण च मदद कीता हर एक मुश्किल परेशानी तो बचा के रखिया तुहाडी पवित्र पाक हजूरी मेरे प्रभु जी तुहाडे लोकां दे संग बनिया रही मैं तुहाडा धन्नवाद करदा प्रभु जी आज रोजे विच भी आप लोकां नूं रखिया कि बाबी प्रार्थना बेनतियां करन वास्ते मदद कीता बहुत सारे बंधनां नूं तुसीं तोड़िया तुहाडी पवित्र पाक हजूरी प्रभु तुहाडे लोकां दे नाल बनिया रही प्रभु इन्हां 21 दिनां दे 8वें रोजे दे विच मेरे प्रभु जी तुसीं अपने लोकां नूं संभालिया बाबी बरकत दित्ती ਅਤੇ ਮੇਰੇ ਪ੍ਰਭੂ ਜੀ ਹੁਣ ਰਾਤ ਦੇ ਸਮੇਂ ਤੁਸੀਂ ਆਪਣੇ ਲੋਕਾਂ ਨੂੰ ਵੱਡੀ ਬਰਕਤ ਦਿੱਤੀ ਆਪਣੇ ਹੱਥਾਂ ਦੇ ਨਾਲ ਛੂੜਿਆ ਧੰਨਵਾਦ ਯਿਸੂ ਸਮਰਥ ਦੇ ਨਾਲ ਭਰਿਆ ਸ਼ਕਤੀ ਨਾਲ ਭਰਿਆ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ 8ਵਾਂ ਰੋਜ਼ਾ ਤੁਹਾਡੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ 8 ਗੁਣਾ ਬਰਕਤ ਨੂੰ ਲੈ ਕੇ ਆਇਆ ਹੈ ਤੁਹਾਡੀ ਪਾਕ ਹਜ਼ੂਰੀ ਪ੍ਰਭੂ ਯਿਸੂ ਰਾਜਾ ਤੁਹਾਡੇ ਲੋਕਾਂ ਦੇ ਸਾਥ ਸੀ ਤੁਸੀਂ ਆਪਣੇ ਲੋਕਾਂ ਨੂੰ ਸਰੀਰਾਂ ਦੇ ਵਿੱਚ ਬਰਕਤ ਦਿੱਤੀ ਹੈ ਘਰਾਂ ਦੇ ਵਿੱਚ ਬਰਕਤ ਦਿੱਤੀ ਹੈ परिवारों में बरकत दी है जीवना भी बड़ी बरकत दिता है प्रभु जी आज शाम बहुत बड़े अजीब अनोखे काम तुसीं कीते साडे जीवन बदल गए स्वभाव बदल गए साडे पवित्र आत्मा ने प्रभु जी एक छूलिया मैं तुहाडा धन्नवाद करता हूँ ते प्रार्थना करना प्रभु यीशु राजा जो तुहाडे पवित्र बच्चों ने सुनिया सी ये बच्चन साडे सबना दे जीवना दे विच तारिया करे नहमीया दे वांगू मेरे प्रभु जी ਅਸੀਂ लगातार रोजा उपवास प्रभु जी तारे सामने करने वाले बन जाइए अडीक करने वाले प्रभु जी उस प्रार्थना का उत्तर मिलने वास्ते तुसी अपने लोगों को बड़ी हिम्मत ताकत और सामर्थ देना हिम्मिया दे वांगू मेरे प्रभु जी अधीनगी वाला ते प्रेम वाला ते अडीक दे वाला प्रभु जी जीवन बख्श दो प्रभु जी जो बना प्रभु लगातार तुहाडे कदमां दे विच बैठ के मैंने इंतजार किया ते तुसीं प्रभु जी प्रार्थना नूं सुनिया बेनती नूं सुनिया सब बंधनां नूं तोड़िया ते राजे दे जीवन नूं तुसीं बदल दिता मैं तुहाडा धन्नवाद करदा हूं अज भी तुसीं ओही परमेश्वर हो तुहाडे लोग इन्हां दे विच पुकार रहे ने ते तुसीं अपने लोकां दी पुकार नूं सुन रहे हो उत्तर दे रहे हो बंधन यीशु मसीह तुहाडे नाम दे विच टुट रहे ने थाड़ी पाक जुड़ी तारे लोकां दे साथ है दौड़ नजदीक तो अपने लोकां नूं इकट्ठा कीता मैं तुहाडा धन्नवाद करदा हूं ते सब महिमा मेरे पवित्र आत्मा जी तुहाडे सवैया नाम नूं देना प्रार्थना करना मेरे प्रभु जी ते सुबह 9वें रोजे दे विच असीं शामिल होना अज रात अपने लोकां दे नाल कई तरह दी गल्लां करनियां अज रात अपने लोकां नूं मिठी प्यारी नींद देना ते सवेर दे 9वें रोजे दे विच प्रभु जी समय सिर अपनी पवित्र हजूरी विच लै के आउणा कि प्रभु जी अज रात अपने लोगों को कई तरह दर्शन देना गलबात करना ताकि प्रभु जी उन्हां गल्लां नूं चेते रख के उन्हां गल्लां नूं याद रख के तुहाडे सामने प्रार्थना करने वाले बन जाण साडा धन्यवाद करदे हां असीं अपने आप नूं भी तुहाडे स्वर्गीय हत्थां विच सौंप दिंदे हां तुहाडी किरपा साडे उत्ते इन्हां दिनां विच बनी रहे जो प्रभु जी हर रोज हर समय तुसीं संभालदे हो अपने पवित्र वचन मेरे पवित्र बंडन वास्ते समर्थ देते हो ते स्वर्गी बाणी अपने आत्मा के द्वारा अपने लोगों के उत्ते प्रगट करते हो ताकि प्रभु जी तुहाडे कोल सीख के ते दूजिआं नूं सिखाउण वाले बन जाइए सारे सुनने वालियां ते तुहाडी बड़ी आशीष अते बरकत बनी रहे जदों लोग अपने घरां विच वापस जाण तुहाडे जोड़ी तुहाडे लोकां दे नाल जावे रात आत्मा द्वारा गल्लां करनियां तो सुबह फिर प्रभु जी समय सिर मिल के ताकि प्रार्थना में इकट्ठे होने वास्ते मदद असीं भी जाना तुसीं साडी मदद करना ते राखी करना तुसीं रस्ते ते रोज से पैरां दे दीपक ते हर एक तबाहियां नूं बचाउंदे हो रात दे अंधेरे विच असीं अपने आप नूं अपनी गड्डियां नूं तुहाडे गल्लां दे हत्थां विच सौंप दिंदे हां कल फिर मिल के इस भवन दे विच मेरे पवित्र आत्मा जी तुहाडी महिमा ते स्तुति करने वाले बन जाइए बेनती नूं सुनिया एक बोल कीता बेनती प्रभु यीशु मसीह दे नाम च मंगदा हूं आमीन
ਹੁਣ ਸਾਡੇ ਖੁਦਾਵੰਦ ਯਿਸੂ ਜੀ ਦਾ ਫਜ਼ਲ, ਬਾਪ ਬੇਟੇ ਦੀ ਮੁਹੱਬਤ, रूह आखिरी संगत शराब करते शिकार के परिवार नाल आयो पाइयां बहनां नाल ते संतां सेवकां दे नाल हुण तो लेके हमेशा हमेशा तोड़ी हुंदी रहेगी। आमीन। हालेलुया 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 हालेलुया। अब जामसी दी खुदा बहुत सारी बरकत